व्यूअर्स वेलकम बैक टू न्यूज़ TV 84 ब्रेक तो बाद भी ਹੁਣ ਅਸੀਂ ਸਰਦਾਰ ਪਰਮਜੀਤ ਸਿੰਘ ਗਾਜ਼ੀ ਨਾਲ ਆਪਣੇ ਸਵਾਲਾਂ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ ਬ੍ਰੇਕ ਤੋਂ ਪਹਿਲਾਂ ਤੁਹਾਡਾ ਫੋਨ ਕੱਟਿਆ ਗਿਆ ਸੀ। ਅਸੀਂ ਪੁੱਛ ਰਹੇ ਸੀ ਤੁਹਾਨੂੰ ਕਿ ਤੁਹਾਡਾ ਪਰਸਨਲ ਐਕਸਪੀਰੀਅੰਸ ਪਰਿਵਾਰ ਦੇ ਨਾਲ ਕਿਵੇਂ ਰਿਹਾ ਔਰ ਪਰਿਵਾਰ ਦਾ ਐਕਸਪੀਰੀਅੰਸ ਉਸ ਵੇਲੇ ਟਾਈਮ ਦੇ ਵਿੱਚ ਕਿਵੇਂ ਸੀਗਾ, ਇਸ ਬਾਰੇ ਤੁਸੀਂ ਜਾਣਕਾਰੀ ਦੇ ਰਹੇ ਸੀ ਸਾਡੇ ਦਰਸ਼ਕਾਂ ਨੂੰ ਜਦੋਂ ਫੋਨ ਕੱਟਿਆ। ਬਿਲਕੁਲ ਮੈਂ ਇਹ ਦੱਸ ਰਿਹਾ ਸੀ ਕਿ ਇਸ ਸਾਰੇ ਸਮੇਂ ਦੌਰਾਨ ਸਰਦਾਰ ਗੁਰਦੇਵ ਸਿੰਘ ਹੋਣਾ ਨੇ ਜਿਹੜੀ ਉਹ ਦ੍ਰਿੜਤਾ ਹਾਸਲ ਕੀਤੀ, SSP ਨੇ ਅਨਿਲ ਸ਼ਰਮਾ ਨੇ ਜਦੋਂ ਉਹਨਾਂ ਨੂੰ ਸਰਟੀਫਿਕੇਟ ਦੇਣ ਤੋਂ ਨਾ ਕੀਤੀ ਔਰ ਇਹ ਸਾਰੇ ਕੇਸ ਦੀ ਕਾਰਵਾਈ ਚੱਲੀ ਹੈ ਜੀ। ਉਸ ਸਾਰੇ ਸਮੇਂ ਤੋਂ ਬਾਅਦ ਫਿਰ ਦੱਸਣ ਵਾਲੇ ਜਿਹੜੇ ਉਹਨਾਂ ਨੂੰ ਮਿਲਦੇ ਰਹੇ ਜਾਣਕਾਰ, ਉਹਨਾਂ ਨੇ ਸਾਨੂੰ ਇਹੀ ਦੱਸਿਆ, ਪਰਿਵਾਰ ਨੇ ਵੀ ਇਹੀ ਦੱਸਿਆ ਕਿ ਬਹੁਤ ਵਾਰ ਪੁਲਿਸ ਦੇ ਵੱਲੋਂ ਪਹੁੰਚ ਕੀਤੀ ਗਈ, ਇਸ ਮਾਮਲੇ ਨੂੰ ਤੁਸੀਂ ਛੱਡ ਦਿਓ, ਪੈਸੇ ਲੈ ਕੇ ਮਾਮਲਾ ਬੰਦ ਕਰ ਦਿਓ, ਜਾਂ ਵੈਸੇ ਦਬਾਅ ਬਣਾਇਆ ਗਿਆ ਉਹਨਾਂ ਦੇ ਉੱਪਰ। ਪਰ ਉਹਨਾਂ ਨੇ ਕਿਹਾ ਕਿ ਨਹੀਂ, ਹੁਣ ਕੁਛ ਵੀ ਹੋ ਜਾਵੇ, ਹੁਣ ਤਾਂ ਮਤਲਬ ਇਸ ਕੇਸ ਦਾ ਫੈਸਲਾ ਆਉਣ ਤੱਕ ਮੈਂ ਨਹੀਂ ਪਿੱਛੇ ਹਟਣਾ। ਔਰ ਉਹਨਾਂ ਦੇ ਪਰਿਵਾਰ ਨੇ ਸਾਨੂੰ ਦੱਸਿਆ, ਪਰਮਜੀਤ ਸਿੰਘ ਉਹਨਾਂ ਦੀ ਵਾਈਫ ਨੇ ਵੀ ਇਹ ਗੱਲ ਦੱਸੀ ਕਿ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਸੀਗੀ ਕਿ ਬਸ ਇੱਕ ਵਾਰ ਮੈਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਿੱਖਾਂ ਦੇ ਪਿੱਛੇ ਦੇਖਣਾ ਚਾਹੁੰਦਾ ਹਾਂ, ਉਹਦੇ ਲਈ ਚਾਹੇ ਮੈਨੂੰ ਜਿੰਨੇ ਮਰਜ਼ੀ ਦਬਾਅ ਦਾ ਸਾਹਮਣਾ ਕਰਨਾ ਪਵੇ। ਤੇ ਉਹ ਇੱਕ ਐਸੀ ਕੜੀ ਸੀ ਇਸ ਸਾਰੇ ਮਾਮਲੇ ਦੇ ਵਿੱਚ ਕਿ ਨਹੀਂ ਤਾਂ ਆਮ ਤੌਰ ਦੇ ਉੱਪਰ ਕਈ ਵਾਰ ਦੇਖਿਆ ਜਾਂਦਾ ਕਿ ਮਾਮਲੇ ਚੱਲਣ ਤੋਂ ਬਾਅਦ ਵੀ ਪੁਲਿਸ ਦਬਾਅ ਬਣਾ ਕੇ ਉਹ ਮਾਮਲੇ ਰਫਾ ਦਫਾ ਕਰਵਾਉਣ 'ਚ ਕਾਮਯਾਬ ਹੋ ਜਾਂਦੀ ਹੈ। ਪਰ ਗੁਰਦੇਵ ਸਿੰਘ ਹੋਣਾ ਦੀ ਮਤਲਬ ਇਹ ਬਹੁਤ ਵੱਡੀ ਗੱਲ ਸੀਗੀ ਕਿ ਉਹ ਇਸ ਮਾਮਲੇ ਦੇ ਵਿੱਚ ਬਿਲਕੁਲ ਫਿਰ ਇੱਕ ਵਾਰ ਜਦੋਂ ਉਹਨਾਂ ਨੇ ਕਦਮ ਪੁੱਟ ਲਿਆ ਉਸ ਤੋਂ ਬਾਅਦ ਪਿੱਛੇ ਨਹੀਂ ਹਟੇ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਉਸ ਵੇਲੇ ਦੀ ਪੁਲਿਸ ਜਾਂ ਹੁਣ ਵੀ ਪੁਲਿਸ ਇਸ ਤਰ੍ਹਾਂ ਸੇਮ ਹੀ ਪੰਜਾਬ ਪੁਲਿਸ, ਪਰ ਜਿਸ ਉਸ ਵੇਲੇ ਪੁਲਿਸ ਨੂੰ ਜਿਸ ਤਰ੍ਹਾਂ ਇੰਨਾ ਉਹਨਾਂ ਨੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਮਾਰਦੇ ਸੀ, ਗੁੰਡਾਗਰਦੀ ਕਰਦੇ ਸੀ, ਕਿੰਨੀ ਉਹਨਾਂ ਦੀ ਹਿੰਮਤ ਸੀਗੀ ਕਿ ਇਹਨਾਂ ਦੇ ਪਿਤਾ ਨੂੰ ਕਹਿ ਸਕਣ ਉਹ ਕਿ ਇਸ ਤਰ੍ਹਾਂ ਮੁੰਡਾ ਵੀ ਮਾਰਤਾ ਤੇ ਡੈਥ ਸਰਟੀਫਿਕੇਟ ਵੀ ਨਹੀਂ ਦੇਣਾ। ਕਿੰਨੀਆਂ ਇਹਨੇ ਪ੍ਰੋਬਲਮਸ ਨੂੰ ਇਹਨਾਂ ਦੀ ਫੈਮਿਲੀ ਨੂੰ ਕਿੰਨੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਹੋਣਗੀਆਂ। ਮੈਂ ਤੁਹਾਨੂੰ ਵੈਸੇ ਇਹ ਵੀ ਪੁੱਛਣਾ ਚਾਹੁੰਦੀ, ਜਿਸ ਤਰ੍ਹਾਂ ਤੁਸੀਂ ਇਹ ਡਾਕੂਮੈਂਟਰੀ ਬਣਾਈ ਹੈ, ਆਫਕੋਰਸ ਤੁਹਾਨੂੰ ਵੀ ਕੋਈ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਇਸ ਡਾਕੂਮੈਂਟਰੀ ਨੂੰ ਬਣਾਉਣ ਦੇ ਵਿੱਚ ਜਾਂ ਫਿਰ ਰਿਲੀਜ਼ ਕਰਨ ਦੇ ਵਿੱਚ? ਨਹੀਂ, ਦੇਖੋ ਐਜ਼ ਸੱਚ ਡਾਕੂਮੈਂਟਰੀ ਬਣਾਉਣ ਦੇ ਵਿੱਚ ਤਾਂ ਕਿਸੇ ਤਰ੍ਹਾਂ ਦੀ ਦਿੱਕਤ ਦਾ ਅਜੇ ਨਹੀਂ ਸਾਹਮਣਾ ਕਰਨਾ ਪਿਆ। ਪਰ ਜਿਹੜਾ ਪਿਛਲਾ ਤਜਰਬਾ ਹੈ, ਜਿਸ ਤਰ੍ਹਾਂ 2009 ਤੋਂ ਪਹਿਲਾਂ ਸਿੱਖ ਸ਼ਹਾਦਤ ਮੈਗਜ਼ੀਨ ਛਪਦਾ ਸੀ ਤੇ ਸਾਡਾ ਵੀ ਕੁਛ ਹੱਦ ਤੱਕ ਉਹਦੇ ਨਾਲ ਰਾਬਤਾ ਸੀ। ਅਸੀਂ ਪਹਿਲਾਂ ਇਹ ਪ੍ਰੋਜੈਕਟ ਜਿਹੜਾ ਆ ਉਹ ਸਿੱਖ ਸ਼ਹਾਦਤ ਦੇ ਵਿੱਚ ਸ਼ੁਰੂ ਕਰਨ ਦੀ ਸੋਚੀ ਸੀ। ਸਤੰਬਰ 2009 ਦੇ ਵਿੱਚ ਈਵਨ ਜਸਵੰਤ ਸਿੰਘ ਖਾਲੜਾ ਹੋਣਾ ਦੇ ਕੇਸ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਉਸ ਅੰਕ ਦੇ ਵਿੱਚ ਅਸੀਂ ਛਾਪਿਆ ਸੀ। ਔਰ ਇਹੀ ਸੀਗਾ ਕਿ ਜਸਵੰਤ ਸਿੰਘ ਖਾਲੜਾ ਹੋਣਾ ਦੇ ਕੇਸ ਤੋਂ ਸ਼ੁਰੂ ਕਰਕੇ ਹਰ ਮਹੀਨੇ ਇੱਕ ਪਰਿਵਾਰ ਜਿਨ੍ਹਾਂ ਦਾ ਜੀ ਲਾਪਤਾ ਹੋਇਆ ਉਹਨਾਂ ਦੇ ਉੱਪਰ 2-3 ਫੀਚਰ ਜਿਹੜੇ ਨੇ ਉਹ ਮੈਗਜ਼ੀਨ ਦੇ ਵਿੱਚ ਕਵਰ ਕਰਿਆ ਕਰਾਂਗੇ। ਪਰ ਉਸ ਸਮੇਂ ਦੇ ਦੌਰਾਨ, ਕਿਉਂਕਿ ਉਸ ਮੈਗਜ਼ੀਨ ਨੂੰ ਵੀ ਚੱਲਦਿਆਂ ਨੂੰ 9 ਸਾਲ ਹੋ ਚੁੱਕੇ ਸੀ, ਇੱਕ ਐਸਟੈਬਲਿਸ਼ਡ ਅਦਾਰਾ ਸੀ, ਨਿਊਜ਼ਪੇਪਰ ਰਜਿਸਟਰਾਰ ਜਿਹੜਾ ਇੰਡੀਆ ਦਾ ਹੈ ਉਹਦੇ ਨਾਲ ਰਜਿਸਟਰਡ ਸੀ ਬਕਾਇਦਾ ਉਹ, ਔਰ ਸਾਰੀ ਕਾਨੂੰਨੀ ਕਾਰਵਾਈ ਪੂਰੀ ਸੀ। ਪਰ ਅਗਸਤ 2009 ਸਤੰਬਰ ਸ਼ੁਰੂ ਦੇ ਵਿੱਚ ਪੁਲਿਸ ਦੇ ਵੱਲੋਂ ਜਬਰੀ ਉਹ ਸਾਰਾ ਉਹਦਾ ਸਮਾਨ ਚੁੱਕ ਕੇ ਉਹ ਮੈਗਜ਼ੀਨ ਬੰਦ ਕਰਵਾ ਦਿੱਤਾ ਗਿਆ। ਸੋ ਇਹ ਕੋਈ ਬਹੁਤੀ ਜ਼ਿਆਦਾ ਪੁਰਾਣੀ ਗੱਲ ਨਹੀਂ ਹੈਗੀ, ਹਾਲ ਦੀ ਘਟਨਾ ਆ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਜਦ ਤੱਕ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਵਾਲੇ ਜਿਹੜਾ ਮੀਡੀਆ ਸੈਂਟਰ ਹੈ ਇਹ ਸੀਰੀਅਸਲੀ ਕੰਮ ਕਰ ਰਿਹਾ ਆ। ਤੇ ਪਰ ਇਸ ਡਾਕੂਮੈਂਟਰੀ ਦੇ ਪ੍ਰਤੀ ਸਪੈਸੀਫਿਕਲੀ ਜੇ ਮੈਂ ਕਹਿਣਾ ਹੋਵੇ ਤਾਂ ਨਹੀਂ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਖਾਸ ਸਾਹਮਣਾ ਜਿਹੜਾ ਉਹ ਨਹੀਂ ਕਰਨਾ ਪਿਆ। ਜੀ ਤੇ ਵੀਰ ਜੀ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਲਾਈਕ ਤੁਸੀਂ ਡਾਕੂਮੈਂਟਰੀ ਬਣਾਈ ਹੈ ਸਿੱਖ ਸਿਆਸਤ ਦੇ ਤੌਰ ਤੋਂ ਮਲਟੀਮੀਡੀਆ ਤੋਂ, ਕੀ ਹੋਰ ਕੋਈ ਸਿੱਖ ਸੰਸਥਾਵਾਂ ਨੇ ਜਾਂ ਹੋਰ ਕਿਸੇ ਆਰਗੇਨਾਈਜੇਸ਼ਨ ਨੇ ਵੀ ਤੁਹਾਡੀ ਇਸ ਚੀਜ਼ ਦੇ ਵਿੱਚ ਮਦਦ ਕੀਤੀ ਹੈ ਬਣਾਉਣ ਦੇ ਵਿੱਚ ਡਾਕੂਮੈਂਟਰੀ? ਨਹੀਂ, ਡਾਕੂਮੈਂਟਰੀ ਤਾਂ ਤਕਰੀਬਨ ਜਿਹੜੀ ਹੈ ਇੱਕ ਪੰਜਾਬ ਆਫ ਫਿਲਮਸ ਨੇ ਉਹਨਾਂ ਦੇ ਵੱਲੋਂ ਟੈਕਨੀਕਲ ਸਹਿਯੋਗ ਜ਼ਰੂਰ ਸੀਗਾ ਸਾਨੂੰ, ਕੈਮਰਾ ਦਾ ਜਾਂ ਐਡੀਟਿੰਗ ਦਾ। ਤੇ ਇਸ ਤੋਂ ਇਲਾਵਾ ਅੱਜ ਦੀ ਆਵਾਜ਼ ਰੇਡੀਓ ਨੇ ਕੈਨੇਡਾ ਤੋਂ, ਉਹਨਾਂ ਨੇ ਇਸ ਡਾਕੂਮੈਂਟਰੀ ਦਾ ਜਿਹੜਾ ਖਰਚਾ ਹੈ ਉਹ ਸਪਾਂਸਰ ਕੀਤਾ ਸੀ। ਈਵਨ ਜਿਹੜਾ ਪ੍ਰੀਮੀਅਰ ਆਪਾਂ TV 84 ਦੇ ਉੱਪਰ ਦਿਖਾਇਆ ਆ ਇਹ ਵੀ ਸਪਾਂਸਰ ਉਹਨਾਂ ਨੇ ਕੀਤਾ ਸੀਗਾ ਸਾਨੂੰ। ਤੇ ਬਾਕੀ ਇਹ ਤੁਹਾਡਾ ਚੈਨਲ ਹੈ ਜਿਹਦੇ ਰਾਹੀਂ ਇਹ ਦਰਸ਼ਕਾਂ ਦੇ ਤੱਕ ਪਹੁੰਚੀ ਆ, ਸੋ ਇਹ ਵੀ ਅਸੀਂ ਇੱਕ ਸਹਿਯੋਗ ਮੰਨਦੇ ਹਾਂ ਕਾਫੀ ਵੱਡਾ।
ਇੱਕ ਬਣੀ ਹੋਈ ਚੀਜ਼ ਨੂੰ ਇਸ ਤਰ੍ਹਾਂ ਲੋਕਾਂ ਦੇ ਵਿੱਚ ਲੈ ਕੇ ਜਾਣਾ, ਅੱਜ ਆਪਾਂ ਇਹਦੇ ਬਾਰੇ ਦੇ ਵਿੱਚ ਗੱਲਬਾਤ ਕਰ ਰਹੇ ਹਾਂ। ਹਾਂਜੀ। ਤੇ ਬਾਕੀ ਇਸ ਤੋਂ ਇਲਾਵਾ ਸਿੱਧੀ ਮਦਦ ਤਾਂ ਨਹੀਂ ਕਿਸੇ ਸੰਸਥਾਵਾਂ ਦੇ ਵੱਲੋਂ, ਉੱਦਾਂ ਕੁਝ ਇੱਕ ਸੰਸਥਾਵਾਂ ਹਨ ਸਾਡੇ ਧਿਆਨ ਦੇ ਵਿੱਚ ਜਿਹੜੀਆਂ ਇਸ ਖੇਤਰ ਦੇ ਵਿੱਚ ਕੰਮ ਕਰ ਰਹੀਆਂ ਨੇ। ਇੱਕ ਸਰਦਾਰ ਸਤਵੰਤ ਸਿੰਘ ਮਾਨਕ ਹੋਣਾ ਦਾ ਕੇਸ ਸੀ, ਅਸੀਂ ਵੀ ਉਹਦੇ ਉੱਪਰ ਡਾਕੂਮੈਂਟਰੀ ਕਰਨ ਦੀ ਸੋਚ ਰਹੇ ਸੀ, ਪਰ ਉਹ ਕਾਫੀ ਵਧੀਆ ਕੰਮ ਜਿਹੜਾ ਉਹ ਇਨਸਾਫ ਦੇ ਵੱਲੋਂ ਸਾਹਮਣੇ ਆਇਆ। ਉਹਨਾਂ ਨੇ ਦ ਲਾਸਟ ਸਟੈਂਡ ਡਾਕੂਮੈਂਟਰੀ ਉਹਨਾਂ ਦੇ ਕੇਸ ਦੇ ਉੱਪਰ ਕੀਤੀ ਸੀਗੀ। ਹਾਂਜੀ। ਤੋ ਬੇਸ਼ੱਕ ਉਹਦੇ ਚ ਸਾਡਾ ਸਹਿਯੋਗ ਨਹੀਂ ਸੀ, ਪਰ ਚੰਗਾ ਲੱਗਦਾ ਜਦੋਂ ਉਸੇ ਖੇਤਰ ਦੇ ਵਿੱਚ ਕੋਈ ਹੋਰ ਵੀ ਉਪਰਾਲਾ ਕਰ ਰਿਹਾ ਹੋਵੇ ਵਧੀਆ ਪੱਧਰ ਦਾ। ਹਾਂਜੀ ਬਿਲਕੁਲ। ਮੈਂ ਵੀਰ ਜੀ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹਾਂਗੇ, ਤੁਸੀਂ ਇਹ ਫਿਲਮ ਬਣਾ ਕੇ, ਡਾਕੂਮੈਂਟਰੀ ਬਣਾ ਕੇ ਸਾਰੇ ਦਰਸ਼ਕਾਂ ਨੂੰ ਪ੍ਰਵਾਨ ਕੀਤੀ ਹੈ, ਸਾਰੇ ਦਰਸ਼ਕਾਂ ਨੇ ਇਸ ਨੂੰ ਵੇਖਿਆ ਹੈ। ਅਫਕੋਰਸ ਅਸੀਂ ਉਸ ਸਮੇਂ ਦਾ ਜੋ ਦੌਰ ਸੀਗਾ ਉਸ ਦੇ ਬਾਰੇ ਹੋਰ ਵੀ ਨੌਲੇਜ ਲਿੱਤੀ ਹੈ ਇਸ ਡਾਕੂਮੈਂਟਰੀ। ਸੋ ਥੈਂਕ ਯੂ ਸੋ ਮਚ ਫॉर ਯੂਰ ਕਿ ਤੁਸੀਂ ਇਹ ਡਾਕੂਮੈਂਟਰੀ ਸਾਡੇ ਲਈ ਬਣਾਈ ਹੈ। ਐਂਡ ਵੀਰ ਸਾਡੇ ਕੋਲ 2 ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤਰ੍ਹਾਂ ਕੋਈ ਐਸਾ ਕੁਐਸਚਨ ਜਿਹੜਾ ਮੈਂ ਤੁਹਾਨੂੰ ਨਾ ਪੁੱਛਿਆ ਹੋਵੇ, ਜਾਂ ਫਿਰ ਕੋਈ ਸੁਨੇਹਾ, ਜਾਂ ਫਿਰ ਤੁਸੀਂ ਕੋਈ ਹੋਰ ਗੱਲ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨੀ ਹੋਵੇ, ਤੁਸੀਂ ਜ਼ਰੂਰ ਕਰ ਸਕਦੇ ਹੋ TV84 ਰਾਹੀਂ। ਵੀ ਹੈਵ 1 ਮਿੰਟ। ਬਿਲਕੁਲ, ਮੈਂ ਇੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਨੀ ਚਾਹੁੰਦਾ ਕਿ ਅਸੀਂ ਸਰਦਾਰ ਜਸਪਾਲ ਸਿੰਘ ਗੁਰਦਾਸਪੁਰ, ਜਿਨ੍ਹਾਂ ਨੂੰ 2012 29 ਅਪ੍ਰੈਲ ਨੂੰ ਪੁਲਿਸ ਫਾਇਰਿੰਗ ਦੇ ਵਿੱਚ ਉਹਨਾਂ ਦਾ ਕਤਲ ਹੋਇਆ ਸੀ, ਉਹਦੇ ਉੱਪਰ ਡਾਕੂਮੈਂਟਰੀ ਜਿਹੜੀ ਹੈ ਉਹ ਅਗਲੀ ਕਰ ਰਹੇ ਹਾਂ। ਕਿਉਂਕਿ ਸਾਡਾ ਇਹ ਮੰਨਣਾ ਕਿ ਪੰਜਾਬ ਦੇ ਸਮੁੱਚੇ ਮਨੁੱਖੀ ਹੱਕਾਂ ਦੇ ਘਾਣ ਦੇ ਵਿੱਚ 3 ਨੁਕਤੇ ਜਿਹੜੇ ਨੇ ਉਹ ਬਹੁਤ ਅਹਿਮ ਰਹੇ ਕਿ ਇਹ ਸਾਰਾ ਜਿਹੜਾ ਰਿਪਰੈਸ਼ਨ ਹੋਇਆ, ਮਨੁੱਖੀ ਹੱਕਾਂ ਦਾ ਘਾਣ ਹੋਇਆ, ਇਹ ਇੱਕ ਪੋਲੀਟੀਕਲ ਮੂਵਮੈਂਟ ਨੂੰ ਕ੍ਰੈਸ਼ ਕਰਨ ਦੇ ਲਈ ਸੀ ਜੀ। ਔਰ ਨੰਬਰ 2 ਜੁਡੀਸ਼ਰੀ ਦਾ ਟੋਟਲ ਫੇਲੂਅਰ ਸੀਗਾ। ਔਰ ਨੰਬਰ 3 ਕਿ ਇੰਪਿਊਨਿਟੀ ਦੀ ਪਾਲਿਸੀ ਜਿਹੜੀ ਹੈ ਉਹ ਸਟੇਟ ਦੇ ਵੱਲੋਂ ਅਪਣਾ ਕੇ ਬਚਾਇਆ ਜਾਂਦਾ ਰਿਹਾ ਦੋਸ਼ੀਆਂ ਨੂੰ। ਔਰ ਜਸਪਾਲ ਸਿੰਘ ਗੁਰਦਾਸਪੁਰ ਹੋਣਾ ਦਾ ਕੇਸ ਇਹਨਾਂ ਤਿੰਨਾਂ ਦੇ ਬੀਤੇ ਦੇ ਇਹਨਾਂ ਤਿੰਨਾਂ ਵਰਤਾਰਿਆਂ ਦੀ ਅੱਜ ਦੇ ਸਮੇਂ ਦੇ ਵਿੱਚ ਗਵਾਹੀ ਬਣ ਕੇ ਸਾਹਮਣੇ ਆਇਆ। ਸੋ ਉਹਦੇ ਉੱਪਰ ਅਸੀਂ ਅੱਗੇ ਜਿਹੜਾ ਹੈ ਉਹ ਕੰਮ ਕਰ ਰਹੇ ਹਾਂ। ਜੀ ਜੀ ਵੀਰ ਜੀ। ਤੇ ਵੀਰ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਹੁਣ, ਕਿਉਂਕਿ ਜਿਹਨਾਂ ਨੇ ਅੱਜ ਇਹ ਡਾਕੂਮੈਂਟਰੀ ਨਹੀਂ ਦੇਖ ਪਾਏ ਨੇ ਉਹ ਕੱਲ੍ਹ ਨੂੰ ਦੇਖ ਸਕਦੇ ਨੇ, ਸੈਟਰਡੇ ਨੂੰ 7:30 PM ਐਂਡ ਆਲਸੋ ਸੰਡੇ ਨੂੰ, ਪਰਸੋਂ ਨੂੰ 7:30 PM ਵੀ ਇਸ ਨੂੰ ਰਿਪੀਟ ਦੇਖ ਸਕਦੇ ਨੇ। ਸੋ ਵੀਰ ਜੀ ਥੈਂਕ ਯੂ ਸੋ ਮਚ ਫॉर ਯਰ ਟਾਈਮ ਕਿ ਤੁਸੀਂ ਡਾਕੂਮੈਂਟਰੀ ਬਣਾਈ ਤੇ ਸਾਡੇ ਦਰਸ਼ਕਾਂ ਦੇ ਵੀ ਰੂਬਰੂ ਹੋਏ, ਇਸ ਦੇ ਬਾਰੇ ਹੋਰ ਵੀ ਸਾਨੂੰ ਜਾਣਕਾਰੀ ਦਿੱਤੀ, ਹੋਰ ਕੇਸਿਸ ਦੇ ਉੱਪਰ ਵੀ ਜਾਣਕਾਰੀ ਦਿੱਤੀ। ਐਂਡ ਥੈਂਕ ਯੂ ਸੋ ਮਚ ਫॉर ਯਰ ਟਾਈਮ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।